जी अस्सलाम वालेकुम वरहमतुल्लाहि वबरकातुहू। की हाल चाल है जी दोस्तों, साथियों, बुजुर्गों, बहनों ते भाइयों, बेटे ते बेटियों। उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। बड़ी मेहरबानी कि तुसीं मेरा यूट्यूब चैनल देखदे हो, लाइक भी कर दिया करो, सबसक्राइब भी कर दिया करो, शेयर भी कर दिया करो। बड़ी मेहरबानी। अज दा असीं व्लॉग बनावांगे माजी दी मशहूर फिल्मी एक्टर अदाकारा पीटीवी दी तमन्ना बेगम ते। तमन्ना बेगम आओ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਤਫਸੀਲ ਦੇ ਨਾਲ ਦੱਸਦੇ ਹਾਂ। ਕਿੱਥੇ ਪੈਦਾ ਹੋਈਆਂ, ਕਿੱਥੇ ਉਹਨਾਂ ਨੇ ਫਨੀ ਜ਼ਿੰਦਗੀ ਦਾ ਕਿੱਦਾਂ ਆਗਾਜ਼ ਕੀਤਾ ਤੇ ਕਿੱਥੇ ਆਖਰੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰੇ ਤੇ ਕਿੱਥੇ ਫੌਤ ਹੋਈਆਂ। ਤੇ ਆਓ ਤਫਸੀਲ ਦੇ ਨਾਲ ਤੁਹਾਡੇ ਨਾਲ ਗੁਫ਼ਤਗੂ ਕਰਦੇ ਹਾਂ। ਤਮੰਨਾ ਬੇਗਮ ਦਾ ਅਸਲ ਨਾਮ ਹੁੰਦਾ ਸੋਫੀਆ। ਤਮੰਨਾ ਬੇਗਮ ਇਹ ਫਿਲਮੀ ਨਾਮ ਆ ਇਹਨਾਂ ਦਾ। ਜਦੋਂ ਫਿਲਮਾਂ ਦੇ ਵਿੱਚ ਇਨ ਹੋਈਆਂ ਉਦੋਂ ਇਹਦਾ ਨਾਮ ਤਮੰਨਾ ਬੇਗਮ ਹੋ ਗਿਆ। ਇਹ ਸਨ 1948 ਦੇ ਵਿੱਚ ਲਾਹੌਰ ਦੇ ਵਿੱਚ ਪੈਦਾ ਹੋਈਆਂ ਤੇ ਇਹ ਇੱਕ ਬਹੁਤ ਗਰੀਬ ਘਰਾਣੇ ਨਾਲ ਇਹਦਾ ਤਾਲੁਕ ਸੀ ਤੇ ਸ਼ੋਬਿਜ਼ ਇੰਡਸਟਰੀ ਦੇ ਨਾਲ ਇਸ ਫੈਮਿਲੀ ਦਾ ਬਿਲਕੁਲ ਕੋਈ ਤਾਲੁਕ ਨਹੀਂ ਸੀ। ਇਹ ਬਿਲਕੁਲ ਛੋਟੀ ਉਮਰ ਦੀਆਂ ਸੀ ਜਦੋਂ ਇਹਨਾਂ ਦੇ ਵਾਲਿਦ ਸਾਹਿਬ ਫੌਤ ਹੋ ਗਏ ਤੇ ਜਿਹਦੀ ਵਜ੍ਹਾ ਨਾਲ ਸਾਰਾ ਬੋਝ ਇਹਦੇ ਕੰਧਿਆਂ ਤੇ ਆ ਗਿਆ। ਇਹਦੀ ਵਾਲਦਾ ਵੀ ਇੱਕ ਮਾਮੂਲੀ ਪੜ੍ਹੀ ਲਿਖੀ ਕਹਿ ਲਓ ਅਨਪੜ੍ਹ ਸੀ ਤੇ ਉਹ ਵੀ ਏਡੀ ਕੋਈ ਤੇਜ਼ ਤਰਾਰ ਔਰਤ ਨਹੀਂ ਸੀ, ਬਹੁਤ ਚੁਸਤ ਚਲਾਕ ਨਹੀਂ ਸੀ, ਬੜੀ ਸਿੱਧੀ ਸਾਦੀ ਔਰਤ ਸੀ। ਤੇ ਜਿਸ ਵੇਲੇ ਇਹਦੇ ਵਾਲਿਦ ਸਾਹਿਬ ਫੌਤ ਹੋ ਜਾਂਦੇ ਨੇ ਸਾਰਾ ਇਹ ਘਰ ਦੇ ਵਿੱਚੋਂ ਸਭ ਤੋਂ ਬੜੀ ਹੁੰਦੀ ਆ, ਸਾਰਾ ਬੋਝ ਇਹਦੇ ਕੰਧਿਆਂ ਤੇ ਆ ਜਾਂਦਾ ਤੇ ਫਿਰ ਇਹ ਬਹੁਤ ਪਰੇਸ਼ਾਨ ਹੁੰਦੀ ਆ ਤੇ ਇਹ ਫਿਰ ਸਨ 1960 ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਕਦਮ ਰੱਖਦੀ ਹੈ। ਸਭ ਤੋਂ ਪਹਿਲਾਂ ਸਨ 1960 ਦੇ ਵਿੱਚ ਇਹ ਰੇਡੀਓ ਪਾਕਿਸਤਾਨ ਤੋਂ ਆਪਣੀ ਫਨੀ ਜ਼ਿੰਦਗੀ ਦਾ ਆਗਾਜ਼ ਕਰਦੀਆਂ ਨੇ। ਸਭ ਤੋਂ ਪਹਿਲਾਂ ਇਹ ਇੱਕ ਇੰਤਜ਼ਾਰ ਹੁਸੈਨ ਬਹੁਤ ਬੜੇ ਅਦੀਬ ਨੇ, ਉਹਨਾਂ ਦਾ ਇੱਕ ਲਿਖਿਆ ਹੋਇਆ ਡਰਾਮਾ, ਸਟੇਜ ਡਰਾਮਾ ਸੀ, ਉਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਕੰਮ ਕੀਤਾ। ਇਹ ਦੱਸਦੀਆਂ ਨੇ ਕਿ ਮੈਨੂੰ ਕੋਈ ਫਿਲਮਾਂ ਦੇ ਵਿੱਚ ਜਾਂ ਪੀਟੀਵੀ ਦੇ ਵਿੱਚ ਜਾਂ ਕਿਸੇ ਕਿਸਮ ਦਾ ਇਸ ਤਰ੍ਹਾਂ ਅਦਾਕਾਰੀ ਦਾ ਕਰਨੇ ਦਾ ਕੋਈ ਸ਼ੌਕ ਨਹੀਂ ਸੀ, ਲੇਕਿਨ ਇਸ ਸ਼ੌਕ ਦੀ ਮਜਬੂਰੀ ਮੇਰੀ ਘਰ ਦੀ ਮਜਬੂਰੀ ਬਣੀ ਕਿ ਕਿਉਂਕਿ ਕਮਾਉਣ ਵਾਲਾ ਕੋਈ ਨਹੀਂ ਸੀ, ਇਸ ਵਜ੍ਹਾ ਨਾਲ ਮੈਂ ਫਿਰ ਕੁਛ ਨਾ ਕੁਛ ਤਾਂ ਕੰਮ ਕਰਨਾ ਸੀ ਨਾ। ਲੇਕਿਨ ਅਦਾਕਾਰੀ ਦਾ ਕੋਈ ਸ਼ੌਕ ਨਹੀਂ ਸੀ, ਲੇਕਿਨ ਉਸ ਨੂੰ ਨਹੀਂ ਸੀ ਪਤਾ ਇਹ ਅਦਾਕਾਰੀ ਇਸ ਨੂੰ ਬਹੁਤ ਅਰੂਜ ਦੇਵੇਗੀ, ਬਹੁਤ ਸ਼ੋਹਰਤ ਦੇਵੇਗੀ ਤੇ ਇਸ ਵਾਸਤੇ ਫਿਰ ਇਹਨਾਂ ਨੇ ਬਹੁਤ ਸਾਰੇ ਫਿਲਮਾਂ ਦੇ ਵਿੱਚ, ਪੀਟੀਵੀ ਦੇ ਡਰਾਮਿਆਂ ਦੇ ਵਿੱਚ ਹਿੱਸਾ ਲਿਆ। ਇਹਨਾਂ ਦੇ ਵਿੱਚ ਬਹੁਤ ਟੈਲੈਂਟ ਸੀ ਤੇ ਇਹਨਾਂ ਨੂੰ ਸ਼ੁਰੂ ਦੇ ਵਿੱਚ ਜ਼ਿਆਦਾਤਰ ਇਹਨਾਂ ਨੂੰ ਮੰਫੀ ਕਿਰਦਾਰ ਹੀ ਮਿਲਦੇ ਸੀ, ਜਿਹਦੇ ਵਿੱਚ ਲੋਕ ਸਮਝਦੇ ਨੇ ਬਹੁਤ ਜ਼ਿਆਦਾ ਲੜਾਕੀ ਆ, ਬਹੁਤ ਤੇਜ਼ ਤਰਾਰ ਆ। ਹਾਲਾਂਕਿ ਇਹ ਔਰਤ ਬਹੁਤ ਸਿੱਧੀ ਸਾਦੀ ਸੀ, ਬਹੁਤ ਸਾਦਗੀ ਵਾਲੀ ਸੀ, ਇੰਨੀ ਪੜ੍ਹੀ ਲਿਖੀ ਨਹੀਂ ਸੀ ਹੈਗੀ ਤੇ ਲੇਕਿਨ ਇਹਨੂੰ ਜਿੰਨੇ ਵੀ ਕਿਰਦਾਰ ਕਰੈਕਟਰ ਮਿਲੇ ਸਾਰੇ ਮੰਫੀ ਮਿਲੇ ਤੇ ਉਹ ਮੰਫੀ ਕਰੈਕਟਰ ਵੇਖਦਿਆਂ ਹੋਇਆ ਬੰਦਾ ਕਹਿੰਦਾ ਯਾਰ ਇਹ ਔਰਤ ਬਹੁਤ ਲੜਾਕੀ ਆ, ਬਹੁਤ ਤੇਜ਼ ਆ, ਲੇਕਿਨ ਇਹ ਬਿਲਕੁਲ ਇਹ ਆਪੋਜ਼ਿਟ ਸੀ ਉਹਨਾਂ ਦੀ ਜ਼ਿੰਦਗੀ ਦੇ ਮੁਤਾਲਕ ਤੇ ਬਿਲਕੁਲ ਉਹ ਅੱਛੀ ਔਰਤ ਸੀ, ਸ਼ਰੀਫ ਸੀ ਤੇ ਇੰਨੀ ਚੁਸਤ ਚਲਾਕ ਵੀ ਨਹੀਂ ਸੀ। ਤੇ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਫਿਲਮ ਦਾ ਆਗਾਜ਼ ਕਮਾਲ ਅਹਿਮਦ ਰਿਜ਼ਵੀ ਸਾਹਿਬ ਨੇ, ਉਹਨਾਂ ਦੇ ਉਸਤਾਦ, ਉਹਨਾਂ ਦੀ ਵਜ੍ਹਾ ਦੇ ਨਾਲ ਫਿਰ ਇਹ ਫਿਲਮਾਂ ਦੇ ਵਿੱਚ ਆਈਆਂ। ਇਸ ਤਰ੍ਹਾਂ ਫਿਰ ਇਹ ਸਫੀਆ ਤੋਂ ਤਮੰਨਾ ਬੇਗਮ ਬਣ ਗਈ। ਉੱਥੇ ਤਾਲਿਸ਼ ਸਾਹਿਬ, ਅਲਾਉਦੀਨ ਸਾਹਿਬ ਨੇ ਫਿਰ ਇਹਦੀ ਬਹੁਤ ਅੱਛੀ ਤਰਬੀਅਤ ਕੀਤੀ ਤੇ ਉਸ ਤਰਬੀਅਤ ਕਰਨ ਦੀ ਵਜ੍ਹਾ ਨਾਲ ਇਹ ਨਿਖਰ ਕੇ ਸਾਹਮਣੇ ਆ ਗਈਆਂ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਸੀ, ਬਹੁਤ ਅੱਛੀ ਸੀ ਤੇ ਫਿਰ ਬਹੁਤ ਸਮਝਦਾਰ ਸੀ ਤੇ ਉਹ ਟੈਲੈਂਟ ਦੀ ਵਜ੍ਹਾ ਨਾਲ ਫਿਰ ਇਹ ਫਿਲਮਾਂ ਦੀ ਜ਼ਰੂਰਤ ਬਣ ਗਈ। 1962 ਦੇ ਵਿੱਚ ਸਭ ਤੋਂ ਪਹਿਲਾਂ ਇਹਦੀ ਫਿਲਮ ਇੱਕ ਦਾਮਨ ਬਣਦੀ ਆ, ਜਿਹੜੀ ਸੰਤੋਸ਼ ਤੇ ਸਬੀਆ ਖਾਨਮ ਦੇ ਨਾਲ ਹੁੰਦੀ ਆ ਤੇ ਇਹ ਫਿਲਮ ਬਹੁਤ ਜ਼ਿਆਦਾ ਮਸ਼ਹੂਰ ਹੋਈ। ਇਹਦੇ ਵਿੱਚ ਇਹਨੂੰ ਸਪੋਰਟਿੰਗ ਰੋਲ ਦਿੱਤਾ ਗਿਆ। ਇਹ ਫਿਲਮ 25 ਹਫ਼ਤੇ ਤੱਕ ਚੱਲੀ ਸਿਨੇਮਾ ਦੇ ਵਿੱਚ ਤੇ ਇਹਨੇ ਸਿਲਵਰ ਜੂਬਲੀ ਦਾ ਐਜ਼ਾਜ਼ ਹਾਸਲ ਕੀਤਾ ਤੇ ਉਸ ਤੋਂ ਬਾਅਦ ਫਿਰ 1964 ਦੇ ਵਿੱਚ ਸਭ ਤੋਂ ਜ਼ਿਆਦਾ ਜਿਹਦੇ ਵਿੱਚ ਇਹਨੂੰ ਮਸ਼ਹੂਰੀ ਮਿਲੀ ਇਹਦੀ ਆਸ਼ਿਆਨਾ ਫਿਲਮ ਸੀ। ਇਹਦੇ ਵਿੱਚ ਜ਼ੇਬਾ
और निगत सुल्ताना वगैरह अदाकारा सी जिन्हां दा मुकाबला करना बड़ा मुश्किल सी, लेकिन इन्हें उत्थे बहुत अच्छा ਇਹਦੇ ਵਿੱਚ रोल किया और इस फिल्म दे विच अपनी जगह बनाई। उस तो बाद फिर हर फिल्म की ये जरूरत बन गई, जगह बनती गई। और जिस वेले दसदे ने कि फिल्म साज बहते सी, राइटर लिखदा सी, तो सब तो पहला ਇਹਦਾ मनफी किरदार ਇਹਦੇ वास्ते लिखदा हुंदा सी। इस तरह फिल्मां की जरूरत बन गई, इन्नियां मशहूर हो गई। सन 1970 ਦੇ ਵਿੱਚ फिर ਇਹਦੇ अरूज शुरू हो जाता, ਇਹਦਾ बहुत शोहरत हासिल कर लेंदी है। ਤੇ फिर सब तो ज्यादा ਜਿਹੜੀ सन 1970 ਦੇ ਵਿੱਚ फिल्म अंजुमन बनी, ਜਿਹਦੇ ਹਦਾਇਤਕਾਰ हसन तारक सी। ਇਹ फिल्म अंजुमन 1950 ਦੇ ਵਿੱਚ फिल्म बनी सी दो आंसू अहमद कमाल पाशा दी, ਉਹਦੀ ਤਰਸ ਤੇ बनाई गई सी। लेकिन इस फिल्म ने फिर दो आंसू तो भी ज्यादा शोहरत हासिल की। ये दो आंसू फिर पिछे रह गई, ये अंजुमन फिल्म बहुत ज्यादा अगे आ गई। ये फिल्म ਜਿਹੜੀ ਸੀ वहीद मुराद ਦੇ ਉੱਤੇ ਜਿਹੜੇ ਇਸ ਇਹਦੇ ਵਿੱਚ ਫਿਲਮ ਦੇ ਵਿੱਚ ਗਾਣੇ ਫਿਲਮਾਏ ਗਏ, ਉਹ ਫਿਲਮਾਂ ਬਹੁਤ ਮਸ਼ਹੂਰ ਹੋਏ। ਤੇ ਇਸ ਫਿਲਮ ਨੇ प्लाटीनम जुबली हासिल की और 75 हफ्ते चलती रही। इस फिल्म ने बहुत ज्यादा बिजनेस किया, बहुत ज्यादा फिल्म चली। 1971 इन्हां दी एक नाकाबले फरामोश फिल्म सी जिन्हों कोई भी बंदा नहीं भुल सकता, तहजीब। बहुत अच्छी फिल्म सी और फिर वो भी सुपर हिट। लेकिन एक इन्हां दी होर नाकाबले फरामोश फिल्म 1972 आई, क्लासिक फिल्म सी अमराओ जान अधा। ये हसन तारक हदायतकार हसन तारक होंदे ने। इहदे विच राणी शहाद रंगीला तालिश अलाउद्दीन। इस फिल्म दे विच तमन्ना नूं जिहड़ा रोल मिलिया सी वो पान वाले दा सी, जाने मन पान वाले का रोल इन्हें उहदे विच कीता ते बहुत अच्छा इन्हें उस रोल नूं निभाया ते बहुत मशहूर ये फिल्म हुई। इन्हें भी चंगा बिजनेस किया। 1977 तो पहला इन्हां नूं मनफी किरदार दिते जांदे सी ते सन 1977 दे विच फिर इन्हां नूं जवान एक्टर दे किरदार दिते गए। सब तो पहला पिछले किरदार जो बूढ़ी औरत का किरदार किसी कुछ करती सी, फिर 1977 दे विच इन्हां नूं जवान औरत का एक करैक्टर दिता गया, जिहड़ी सब तो पहला फिल्म आशी सी। उतों इन्हूं फिर जवान एक्टर दे किरदार मिलने शुरू हो गए। ਤੇ 1977 ਦੇ ਵਿੱਚ ਇਹਨਾਂ ਦੀ ਪਹਿਲੀ ਫਿਲਮ ਭਰੋਸਾ ਸੀ, ਜਿਹੜੀ ਮੁਹੰਮਦ ਅਲੀ ਜ਼ੇਬਾ ਦੀ ਸੀ। ਇਹ ਬਹੁਤ ਕਾਮਯਾਬ ਹਿੱਟ ਫਿਲਮ ਗਈ ਤੇ ਇਸ ਫਿਲਮ ਦੇ ਵਿੱਚ ਇਹਦੇ ਨੂੰ ਸਪੋਰਟਿੰਗ ਕਿਰਦਾਰ ਮਿਲਿਆ ਔਰ ਇਸ ਫਿਲਮ ਦੇ ਵਿੱਚ ਫਿਰ ਇਹਨੂੰ ਨਿਗਾਰ ਅਵਾਰਡ ਦਿੱਤਾ ਗਿਆ। ਇਸ ਫਿਲਮ ਨੇ ਨਿਗਾਰ ਅਵਾਰਡ 1977 ਦੇ ਵਿੱਚ ਹਾਸਲ ਕੀਤਾ। ਤੇ ਫਿਰ 1980 ਦੇ ਵਿੱਚ ਇਹਨੇ ਇੱਕ ਪੰਜਾਬੀ ਫਿਲਮ ਸਹੁਰਾ ਤੇ ਜਵਾਈ ਕੀਤੀ, ਜਿਹਦੇ ਵਿੱਚ ਨन्ना ਤੇ ਅਲੀ ਇਜਾਜ਼ ਹੁੰਦੇ ਨੇ। और फिर ये सब तो पहली फिल्म सी जिदे विच इन्हूं मज़ाहिया किरदार दिता गया और फिर अली इजाज और नन्ने ना किरदार शुगली तौर पर करना, फिर तुहानूं पता ही है कितना फिर शुगल लगता। फिर वो मज़ाहिया किरदार इन्हें दिता गया जिहड़ा इन्हें वो भी बहुत अच्छे तरीके नाल निभाया। नन्ना ते तमन्ना दोनों अपने आप नूं भैण भरा समझदे सी ते नन्ना भी उहनूं भैण समझदा सी, तमन्ना उहनूं अपना भरा समझते सी, क्योंकि दोनों कमाल अहमद रिजवी दे शागिर्द भी सी। तमन्ना जिहड़ी सी इनू उर्दू बोलनी सिर्फ आंदी सी, पंजाबी बोलना नहीं सी जानती। हालांकि इत्थों तक कि पंजाबी फिल्मां दे विच भी इनू कास्ट किया गया, उहदे विच भी यह उर्दू बोलती सी। लेकिन प्रोड्यूसरां ने कहा कोई गल नहीं, अगर ये उर्दू भी बोलती है तो कोई गल नहीं, उस उर्दू बोलने के किरदार को भी इन्हें बहुत अच्छा पसंद किया गया, क्योंकि इसकी मादरी जुबान जिहड़ी सी वो उर्दू सी, पंजाबी इन्हूं बोलने नहीं सी आती। लेकिन प्रोड्यूसर फिर भी इन्हूं अपनी फिल्म च कास्ट कर लेंदे सी। 1998 फिर इन्हां दी आखिरी फिल्म निकाह बनती है, जिहदी हदायतकार संगीता हुंदी है ते शान और रीमा की फिल्म होंदी है। ते शान और रीमा होंदे ने इहदे विच। इस फिल्म ने भी काफ़ी बिजनेस किया, ये फिल्म भी सुपर हिट गई। इन्होंने पीटीवी दे बहुत ड्रामिਆਂ ਦੇ ਵਿੱਚ काम किया, ਜਿਹੜਾ सब तो ज़्यादा मशहूर होया 1982 ਦੇ ਵਿੱਚ इन्होंने अलफनून ड्रामा किया, जिहदे विच इन्होंने अम्मा का किरदार अदा किया। पीटीवी ते बड़ा चलिया ड्रामा। उस तो बाद 1982 ਦੇ ਵਿੱਚ
ਸਭ ਤੋਂ ਜ਼ਿਆਦਾ ਜਿਹੜਾ ਡਰਾਮਾ ਚੱਲਿਆ ਸੋਨਾ ਚਾਂਦੀ, ਤੇ ਇਹ ਪੀਟੀਵੀ ਤੇ ਚੱਲਿਆ ਤੇ ਇਹਦੇ ਵਿੱਚ ਇਹਨਾਂ ਨੇ ਕਿਰਦਾਰ ਬਹੁਤ ਅੱਛਾ ਕੀਤਾ। ਫਿਰ 1982 ਦੇ ਵਿੱਚ ਤੇ 1988 ਦੇ ਵਿੱਚ ਵਕਤ ਚੱਲਿਆ, ਇਹਦੇ ਵਿੱਚ ਦਾਦੀ ਦਾ ਰੋਲ ਇਹਨਾਂ ਨੇ ਕੀਤਾ ਜਿਹੜਾ ਪੀਟੀਵੀ ਤੇ ਚੱਲਿਆ, ਬਹੁਤ ਅੱਛਾ ਡਰਾਮਾ। 1995 ਦੇ ਵਿੱਚ ਦੁੱਖ ਸੁੱਖ, ਇਹਦੇ ਵਿੱਚ ਇਹਨਾਂ ਨੇ ਮਾਸੀ ਦਾ ਕਿਰਦਾਰ ਅਦਾ ਕੀਤਾ ਜਿਹੜਾ ਪੀਟੀਵੀ ਤੇ ਚੱਲਿਆ। ਤੇ 2003 ਦੇ ਵਿੱਚ ਮਹਿੰਦੀ, ਤੇ ਇਸੇ ਤਰ੍ਹਾਂ 2010 ਦੇ ਵਿੱਚ ਹਾਲਾਤ ਅਫਜ਼ਲ ਦੀ ਮਾਨ ਦਾ, ਉਹਦੇ ਵਿੱਚ ਇਹਨਾਂ ਨੇ ਰੋਲ ਕੀਤਾ, ARY ਡਿਜੀਟਲ ਤੇ ਚੱਲਿਆ। ਇਹਨਾਂ ਨੇ ਬਹੁਤ ਸਾਰੇ ਡਰਾਮਿਆਂ 'ਚ ਔਰ ਫਿਲਮਾਂ 'ਚ ਕੰਮ ਕੀਤਾ। ਇਹ ਪੰਜਾਬੀ ਦੀਆਂ 2 ਫਿਲਮਾਂ ਸੱਜਣ ਬੇਪਰਵਾਹ, ਸਹੁਰਾ ਤੇ ਜਵਾਈ, ਤੇ ਇੱਕ ਪਸ਼ਤੋ, ਬਾਕੀ ਸਾਰੀ ਇਹਨਾਂ ਨੇ ਉਰਦੂ ਫਿਲਮਾਂ ਕੀਤੀਆਂ। 263 ਫਿਲਮਾਂ ਦੇ ਵਿੱਚ ਇਹਨਾਂ ਨੇ ਤਕਰੀਬਨ ਕੰਮ ਕੀਤਾ। ਇਹਨਾਂ ਦੀ ਸ਼ਾਦੀ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਸਾਲ 1968 ਦੇ ਵਿੱਚ ਲਾਹੌਰ ਤੋਂ ਕਰਾਚੀ ਆਪਣੀ ਅੰਮੀ ਨੂੰ ਮਿਲਣ ਵਾਸਤੇ ਜਾਂਦੀਆਂ ਨੇ, ਉੱਥੇ ਫਿਰ ਇਹਨਾਂ ਦੀ ਅਰੇਂਜ ਮੈਰਿਜ ਹੁੰਦੀ ਆ, ਉਹ ਸ਼ਾਦੀ ਹੋ ਜਾਂਦੀ ਆ। ਇਹਨਾਂ ਦੇ ਜਿਹੜੇ ਖਾਵੰਦ ਹੁੰਦੇ ਨੇ ਇੱਕ ਇੰਜੀਨੀਅਰ ਹੁੰਦੇ ਨੇ, ਲੇਕਿਨ ਇਹ ਸ਼ਾਦੀ ਬਹੁਤ ਦੇਰ ਤੱਕ ਨਹੀਂ ਚੱਲ ਸਕਦੀ, ਇਹ ਕਿਉਂਕਿ ਉਹ ਇੱਕ ਹਾਦਸਾਤੀ ਮੌਤ ਦੇ ਵਿੱਚ 2.5 ਸਾਲ ਬਾਅਦ ਫੌਤ ਹੋ ਜਾਂਦੇ ਨੇ ਤੇ ਅੱਲਾਹ ਤਾਲਾ ਨੂੰ ਪਿਆਰੇ ਹੋ ਜਾਂਦੇ ਨੇ। ਫਿਰ ਇਹ 2.5 ਸਾਲ ਜ਼ਿੰਦਗੀ ਸਿਰਫ ਉਹਨਾਂ ਨੇ ਉਹਨਾਂ ਦੇ ਨਾਲ ਗੁਜ਼ਾਰੀ ਤੇ ਬਹੁਤ ਕਮ ਅਰਸਾ ਸੀ। ਬਹੁਤ ਜਵਾਨੀ ਦੇ ਵਿੱਚ ਉਹਨਾਂ ਦੇ ਖਾਮਦ ਟੁਰ ਗਏ, ਲੇਕਿਨ ਇਹਨਾਂ ਨੇ ਫਿਰ ਦੂਸਰੀ ਸ਼ਾਦੀ ਨਹੀਂ ਕਰਾਈ, ਕਿਉਂਕਿ ਇਹ ਚਾਹੁੰਦੀਆਂ ਸੀ ਕਿ ਮੇਰੀ ਇੱਕ ਬੱਚੀ ਆ, ਉਹਦੀ ਤਰਬੀਅਤ ਮੈਂ ਅੱਛੀ ਤਰ੍ਹਾਂ ਕਰ ਲਾਂ। ਅਗਰ ਦੂਜੀ ਸ਼ਾਦੀ ਕਰਾ ਲਈ, ਹੋ ਸਕਦਾ ਉਹਦੀ ਤਰਬੀਅਤ ਅੱਛੀ ਤਰ੍ਹਾਂ ਨਾ ਕਰ ਸਕਾਂ ਜਾਂ ਉਹਦਾ ਦੂਸਰਾ ਵਾਲਦ ਉਹਨੂੰ ਅੱਛਾ ਨਾ ਸਮਝੇ, ਇਸ ਵਜ੍ਹਾ ਨਾਲ ਉਹਨੇ ਫਿਰ ਦੂਸਰੀ ਸ਼ਾਦੀ ਨਹੀਂ ਕਰਾਈ। 2011 ਦੇ ਵਿੱਚ ਫਿਰ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਹਸਪਤਾਲ ਦਾਖਲ ਕਰਾ ਦਿੱਤਾ ਜਾਂਦਾ, ਤੇ ਫਿਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਨੂੰ ਗੁਰਦਿਆਂ ਦੀ ਬਿਮਾਰੀ ਆ। ਫਿਰ ਉੱਥੇ ਇੱਕ ਡਾਕਟਰ ਹੁੰਦਾ ਅਦੀਬ ਰਿਜ਼ਵੀ ਸਰਜਨ, ਉਹਦੀ ਵਾਰ ਦੇ ਵਿੱਚ ਬਹਿ ਕੇ ਇਲਾਜ ਹੁੰਦਾ ਫਿਰ ਉਹਦਾ, ਲੇਕਿਨ ਫਿਰ ਉਹ ਗੁਰਦੇ ਵਾਸ਼ ਹੁੰਦੇ ਰਹੇ, ਚੱਲਦਾ ਰਿਹਾ 1 ਸਾਲ ਇਲਾਜ, ਲੇਕਿਨ ਫਿਰ ਆਖਰਕਾਰ 2012 ਦੇ ਵਿੱਚ 20 ਫਰਵਰੀ 2012 ਨੂੰ ਆਪਣੇ ਖਾਲਕੇ ਹਕੀਕੀ ਨੂੰ ਜਾ ਮਿਲਦੀਆਂ ਨੇ, ਇਸ ਜਹਾਨੇ ਫਾਨੀ ਤੋਂ ਟੁਰ ਜਾਂਦੀਆਂ ਨੇ, ਤੇ ਹਰ ਬੰਦੇ ਨੇ ਇਸ ਜਹਾਨੇ ਫਾਨੀ ਨੂੰ ਇੱਕ ਨਾ ਇੱਕ ਦਿਨ ਛੋੜ ਜਾਣਾ। ਤੇ ਬੰਦਾ ਜਿੰਨੇ ਦੇਰ ਇੱਥੇ ਜ਼ਿੰਦਾ ਰਹਿੰਦਾ ਬੜਾ ਕੁਛ ਕਰਦਾ, ਬੜਾ ਕੁਛ ਫਰਾਡ ਕਰਦਾ, ਬੜਾ ਕੁਛ ਜਾਇਦਾਦ ਬਣਾਉਂਦਾ, ਲੇਕਿਨ ਇੱਕ ਦਿਨ ਚਲੇ ਜਾਣਾ। ਇਹ ਇੰਨੀ ਗਰੀਬ ਸੀ, ਆਖਰੀ ਜ਼ਿੰਦਗੀ ਦੇ ਵਿੱਚ ਇਹਨੂੰ ਇਲਾਜ ਵਾਸਤੇ ਇਹਦੇ ਕੋਲ ਪੈਸਾ ਵੀ ਨਹੀਂ ਸੀ ਹੈਗਾ। ਆਖਰੀ ਦਿਨਾਂ ਦੇ ਵਿੱਚ ਇਹਨਾਂ ਨੇ ਬੜੀ ਮੁਸ਼ਕਲ ਤਰੀਨ ਦਿਨ ਕੱਟੇ ਕਿ ਇਹਨਾਂ ਕੋ ਆਪਣੀ ਬਿਮਾਰੀ ਦਾ ਇਲਾਜ ਕਰਵਾਉਣੇ ਵਾਸਤੇ ਪੈਸਾ ਵੀ ਨਹੀਂ ਸੀ, ਗੌਰਮੈਂਟ ਨੇ ਵੀ ਕੋਈ ਇੰਨੀ ਸਪੋਰਟ ਨਹੀਂ ਕੀਤੀ। ਬਾਕੀ ਸ਼ਬਨਮ ਵਗੈਰਾ ਜਿਹੜੀ ਬਾਬਰਾ ਸ਼ਰੀਫ ਇਹਦੀ ਅੱਛੀਆਂ ਆਖਰ ਤੱਕ ਦੋਸਤ ਰਹੀਆਂ ਨੇ, ਤੇ ਜਿਸ ਵੇਲੇ ਫੌਤ ਹੋਈਆਂ ਆਖਰੀ ਦਿਨਾਂ ਦੇ ਵਿੱਚ, ਤੇ ਇਹਨਾਂ ਦੀ ਬਿਮਾਰ ਪੁਰਸੀ ਵਾਸਤੇ ਵੀ ਕੋਈ ਇੰਨਾ ਲੋਕ ਨਹੀਂ ਸੀ ਆਉਂਦੇ ਹੁੰਦੇ, ਤੇ ਇਹਦੇ ਜਨਾਜ਼ੇ ਦੇ ਵਿੱਚ ਵੀ ਇੰਨੇ ਲੋਕਾਂ ਨੇ ਸ਼ਿਰਕਤ ਨਹੀਂ ਕੀਤੀ। ਅੱਲਾਹ ਤਾਲਾ ਤਮੰਨਾ ਬੇਗਮ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ। ਬੜੀ ਮਿਹਰਬਾਨੀ, ਆਪਣਾ ਖਿਆਲ ਰੱਖਣਾ। अस्सलामु अलैकुम वरहमतुल्लाहि व